ਭਾਗ 5ਵਾਂ ਡਸਟ ਯੂਅਰ ਪੋਟੈਕਸ। ਹੁਣ ਮੈਂ ਇਹ ਸੋਚ ਰਿਹਾ ਸੀ ਕਿ ਸੁਬੋਧ ਨਾਲ ਸੰਪਰਕ ਕੀਤਾ ਜਾਵੇ। ਉਸ ਤੋਂ ਸ਼ਾਇਦ ਮਾਇਰਾ ਬਾਰੇ ਕੁਝ ਹੋਰ ਜਾਣਨ ਨੂੰ ਮਿਲੇ। ਮੈਂ ਫਿਰ ਮਾਇਰਾ ਨੂੰ ਮੈਸੇਜ ਕੀਤਾ ਸੀ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ। ਉਸਨੇ ਜਵਾਬ ਵਿੱਚ ਇਹ ਲਿਖਿਆ, ਆਪਾਂ ਮਿਲਾਂਗੇ, ਜ਼ਰੂਰ ਮਿਲਾਂਗੇ, ਪਰ ਮਿੱਥ ਕੇ ਨਹੀਂ, ਇੱਕ ਦਿਨ ਅਚਾਨਕ ਇਤਫਾਕ ਵਸ। ਤੇ ਮੈਂ ਜਵਾਬ ਵਿੱਚ ਇੰਨਾ ਹੀ ਲਿਖਿਆ ਕਿ ਰੱਬ ਕਰੇ ਇਤਫਾਕ ਹੋਵੇ। ਮੈਂ ਸੁਬੋਧ ਨੂੰ ਫਰੈਂਡ ਰਿਕੁਐਸਟ ਭੇਜੀ। ਉਸਨੇ ਬਿਨਾਂ ਕਿਸੇ ਦੇਰੀ ਦੇ ਮੇਰੀ ਰਿਕੁਐਸਟ ਐਕਸੈਪਟ ਕਰ ਲਈ। ਗੱਲਬਾਤ ਦੌਰਾਨ ਲੱਗਿਆ ਕਿ ਉਹ ਬਹੁਤ ਹੀ ਸੈਂਸਿਟਿਵ ਅਤੇ ਸਿਆਣਾ ਆਦਮੀ ਹੈ। ਕਾਫੀ ਦੇਰ ਮੇਰੇ ਨਾਲ ਗੱਲ ਕਰਦਾ ਰਿਹਾ। ਮਾਇਰਾ ਬਾਰੇ ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਉਸ ਨੂੰ ਕਾਫੀ ਵਾਰ ਮਿਲੇ ਹੋਵੋਗੇ। ਉਸਨੇ ਕਿਹਾ ਬਹੁਤ ਵਾਰ, ਪਰ ਹੁਣ 15-16 ਸਾਲ ਤੋਂ ਬਾਅਦ ਅਸੀਂ ਇੱਕ ਦੂਜੇ ਨੂੰ ਨਹੀਂ ਮਿਲੇ। ਮੇਰਾ ਅਗਲਾ ਸਵਾਲ ਸੁਬੋਧ ਲਈ ਇਹ ਸੀ ਕਿ ਉਹ ਕਿਸ ਤਰ੍ਹਾਂ ਦੀ ਹੈ। ਉਸਨੇ ਕਿਹਾ, ਮੈਂ ਸਿਰਫ ਇੰਨਾ ਹੀ ਕਹਿ ਸਕਦਾ ਹਾਂ ਕਿ ਉਹ ਬਹੁਤ ਖੂਬਸੂਰਤ ਹੈ, ਬੇਹੱਦ ਖੂਬਸੂਰਤ। ਇੰਨੀ ਕਿ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਇਸ ਤੋਂ ਵੱਧ ਕੁਝ ਨਹੀਂ ਕਿਹਾ ਜਾ ਸਕਦਾ। ਮੇਰੀ ਪਤਨੀ ਨੂੰ ਹੁਣ ਤੱਕ ਪਤਾ ਲੱਗ ਚੁੱਕਾ ਸੀ ਕਿ ਮੈਂ ਆਪਣੀ ਫੇਸਬੁੱਕ ਫਰੈਂਡ ਮਾਇਰਾ ਵਿੱਚ ਇੰਟਰਸਟਡ ਹਾਂ, ਕਿਉਂਕਿ ਮੈਂ ਅਕਸਰ ਉਸ ਬਾਰੇ ਆਪਣੀ ਪਤਨੀ ਨਾਲ ਗੱਲ ਕਰਦਾ ਸੀ, ਪਰੰਤੂ ਉਸਨੇ ਇਸ ਤੋਂ ਕੋਈ ਪ੍ਰਤੀਕਿਰਿਆ ਨਹੀਂ ਵਿਖਾਈ। ਉਸਨੇ ਜੋ ਕੁਝ ਵੀ ਸਵਾਲ ਮਾਇਰਾ ਬਾਰੇ ਪੁੱਛੇ, ਮੈਂ ਸਹੀ ਸੱਚੇ ਜਵਾਬ ਦਿੱਤੇ ਤੇ ਉਸਨੇ ਚੁੱਪਚਾਪ ਸੁਣ ਲਏ। ਹੁਣ ਤੱਕ ਮੈਂ ਸਿਰਫ ਇਸ ਬਾਰੇ ਸੁਣਿਆ ਹੀ ਸੀ ਕਿ ਪਤੀ ਪਤਨੀ ਵਿਚਕਾਰ ਨਿੱਕੀ ਨਿੱਕੀ ਗੱਲ ਤੇ ਝਗੜੇ ਹੁੰਦੇ ਹਨ। ਅੱਜ ਪਹਿਲੇ ਦਿਨ ਮੇਰੇ ਅਤੇ ਮੇਰੀ ਪਤਨੀ ਵਿਚਕਾਰ ਅਜਿਹੀ ਗੱਲਬਾਤ ਹੋਈ ਜਿਸ ਨੂੰ ਝਗੜਾ ਕਿਹਾ ਜਾ ਸਕਦਾ ਹੈ। ਪਤਨੀ ਵਿਚਕਾਰ ਅਜਿਹੀ ਗੱਲਬਾਤ ਹੋਈ ਜਿਸ ਨੂੰ ਝਗੜਾ ਕਿਹਾ ਜਾ ਸਕਦਾ ਸੀ। ਵਿਆਹ ਤੋਂ 2 ਸਾਲ ਬਾਅਦ ਵੀ ਸਾਡੇ ਕੋਈ ਬੱਚਾ ਨਹੀਂ ਹੈ। ਉਸਨੇ ਕਿਹਾ ਆਪਾਂ ਕਿਸੇ ਡਾਕਟਰ ਦੀ ਸਲਾਹ ਲਈਏ ਅਤੇ ਮੇਰਾ ਵਿਚਾਰ ਸੀ ਕਿ ਕੁਝ ਵੇਟ ਕੀਤਾ ਜਾਵੇ। ਇਸੇ ਗੱਲ ਤੇ ਉਹ ਗੁੱਸੇ ਹੋ ਗਈ ਸੀ। ਵੈਸੇ ਅੱਜ ਦਿਨ ਮੇਰੇ ਲਈ ਕੋਈ ਚੰਗਾ ਨਹੀਂ ਰਿਹਾ। ਮੈਂ ਅਕਸਰ ਹੀ ਜਦੋਂ ਕੋਈ ਗਲਤ ਗੱਲ ਜਾਂ ਅਨਿਆਂ ਵੇਖਿਆ ਜਾਂਦਾ ਹੈ ਤਾਂ ਇਸ ਬਾਰੇ ਪੜ੍ਹਦਾ ਹਾਂ ਤਾਂ ਡਿਸਟਰਬ ਹੋ ਜਾਂਦਾ ਹਾਂ। ਫੇਸਬੁੱਕ ਤੇ ਅੱਜ ਕੱਲ੍ਹ 1984 ਵਿੱਚ ਦਿੱਲੀ ਵਿੱਚ ਹੋਏ ਦੰਗਿਆਂ ਬਾਰੇ ਕਾਫੀ ਬਹਿਸ ਛਿੜੀ ਹੋਈ ਸੀ। ਇਸ ਬਾਰੇ ਅੱਜ ਮੈਂ ਇੱਕ ਅਜਿਹੀ ਵੀਡੀਓ ਵੇਖੀ ਕਿ ਮੇਰਾ ਦਿਲ ਦਹਿਲ ਗਿਆ। ਇੱਕ ਲੇਡੀ ਜਿਸ ਦਾ ਨਾਮ ਨਿਰਪ੍ਰੀਤ ਕੌਰ ਹੈ ਦੱਸ ਰਹੀ ਸੀ ਕਿ ਉਸ ਦੀ ਉਮਰ ਉਸ ਸਮੇਂ 16 ਸਾਲ ਦੀ ਸੀ ਜਦੋਂ ਦਗਾਕਾਰੀ ਆਏ। ਉਸਦੇ ਬਾਪ ਨੂੰ ਇੱਕ ਇਕੱਠ ਦੇ ਹਵਾਲੇ ਕਰ ਦਿੱਤਾ ਗਿਆ। ਉਸਦਾ ਛੋਟਾ ਭਾਈ ਬਚ ਕੇ ਭੱਜ ਗਿਆ ਸੀ। ਉਸਦੀ ਮਾਂ ਨੂੰ ਕੁੱਟ ਕੇ ਬੇਹੋਸ਼ ਕਰ ਦਿੱਤਾ ਗਿਆ। ਫਿਰ ਉਸਦੇ ਬਾਪ ਨੂੰ ਤੇਲ ਪਾ ਕੇ ਅੱਗ ਲਗਾ ਦਿੱਤੀ ਗਈ। ਦਗਾਕਾਰੀ ਚਲੇ ਗਏ। ਉਸਦੇ ਬਾਪ ਨੇ ਨੇੜੇ ਹੀ ਵਗਦੇ ਇੱਕ ਨਾਲੇ ਵਿੱਚ ਛਾਲ ਮਾਰ ਦਿੱਤੀ। ਅੱਗ ਬੁਝ ਚੁੱਕੀ ਸੀ। ਫਿਰ ਇੱਕ ਆਦਮੀ ਨੇ, ਜੋ ਕਿ ਨੇੜੇ ਹੀ ਇੱਕ ਮਕਾਨ ਦੀ ਛੱਤ ਤੇ ਸੀ, ਨੇ ਦਗਾਕਾਰੀਆਂ ਨੂੰ ਆਵਾਜ਼ ਦਿੱਤੀ ਕਿ ਸਰਦਾਰ ਬਚ ਗਿਆ। ਉਹ ਫਿਰ ਵਾਪਸ ਆਏ। ਉਹਨਾਂ ਨੇ ਰੱਸੀਆਂ ਨਾਲ ਉਸ ਪਾਪਾ ਨੂੰ ਬੰਨ੍ਹਿਆ ਤੇ ਫਿਰ ਅੱਗ ਲਗਾ ਦਿੱਤੀ, ਜੋ ਕਿ ਉਸਨੇ ਫਿਰ ਬੁਝਾ ਦਿੱਤੀ। ਉਸਦੇ ਬਾਅਦ ਉਹਨਾਂ ਵੱਲੋਂ ਲੋਹੇ ਦੀ ਰਾੜ ਮਾਰ ਕੇ ਉਸਦੇ ਪਾਪਾ ਨੂੰ ਮਾਰ ਦਿੱਤਾ ਗਿਆ। ਇਸ ਤਰ੍ਹਾਂ ਸੈਂਕੜੇ ਪਰਿਵਾਰਾਂ ਦੇ ਆਦਮੀਆਂ ਨੂੰ ਮਾਰਿਆ ਗਿਆ। ਉਸਨੇ ਦੱਸਿਆ ਕਿ ਅੱਜ ਕੱਲ੍ਹ ਉਹ 84 ਦੰਗਿਆਂ ਵਿੱਚ ਜੋ ਔਰਤਾਂ ਬੇਸਹਾਰਾ ਤੇ ਵਿਧਵਾ ਹੋ ਗਈਆਂ, ਉਹਨਾਂ ਨੂੰ ਸਿਲਾਈ ਸਿਖਾ ਕੇ ਆਤਮ ਨਿਰਭਰ ਬਣਾ ਰਹੀ ਹੈ ਤਾਂ ਜੋ ਉਹਨਾਂ ਲੋਕਾਂ ਦੇ ਘਰਾਂ ਵਿੱਚ ਝੂਠੇ ਭਾਂਡੇ ਨਾ ਮੱਜਣੇ ਪੈਣ। ਮੈਂ ਸਾਰਾ ਦਿਨ ਇਹ ਸੋਚਦਾ ਰਿਹਾ ਕਿ ਕਿੰਨਾ ਕੁਝ ਦੁਨੀਆ ਵਿੱਚ ਅਜਿਹਾ ਹੁੰਦਾ ਹੈ ਜੋ ਅਣਮਨੁੱਖੀ ਹੈ। ਸਦੀਆਂ ਤੱਕ ਲੋਕ ਅਜਿਹੀਆਂ ਦੁਰਘਟਨਾਵਾਂ ਦਾ ਸੰਤਾਪ ਭੋਗਦੇ ਹਨ, ਪਰ ਫਿਰ ਵੀ ਮਨੁੱਖ ਸੁਧਰਦਾ ਨਹੀਂ। ਸਭ ਉਸੇ ਤਰ੍ਹਾਂ ਚੱਲਦਾ ਰਹਿੰਦਾ ਹੈ। ਇਹ ਸੁਭਾਵਿਕ ਸੀ ਕਿ ਮੈਂ ਆਪਣੇ ਵੱਲੋਂ ਇਸ ਬਾਰੇ ਕੁਝ ਲਿਖਦਾ ਤੇ ਮੈਨੂੰ ਇਸ ਗੱਲ ਦਾ ਪੂਰੇ ਯਕੀਨ ਨਾਲ ਪਤਾ ਸੀ ਕਿ ਮਾਇਰਾ ਇਸ ਬਾਰੇ ਕੁਝ ਨਾ ਕੁਝ ਜ਼ਰੂਰ ਲਿਖੇਗੀ। ਇਸ ਤੋਂ ਇੱਕ ਦਿਨ ਬਾਅਦ ਮੈਂ ਮਾਇਰਾ ਦਾ ਸਟੇਟਸ ਪੜ੍ਹ ਰਿਹਾ ਸੀ। ਉਸਨੇ ਇਹ ਲਿਖਿਆ, ਕਹਾਣੀਆਂ, ਕਵਿਤਾਵਾਂ ਜ਼ਿੰਦਗੀ ਬਾਰੇ ਲਿਖੀਆਂ ਜਾਂਦੀਆਂ ਹਨ, ਪਰ ਜ਼ਿੰਦਗੀ ਕਹਾਣੀ ਨਹੀਂ ਹੁੰਦੀ। ਜਾਂ ਤਾਂ ਸਜ਼ਾ ਹੁੰਦੀ ਹੈ ਜਾਂ ਸਵਰਗ ਹੁੰਦੀ ਹੈ, ਜਾਂ ਵਿਚਲੇ ਲਟਕ ਜਾਂਦੀ ਹੈ। ਸਜ਼ਾ ਉਦੋਂ ਹੁੰਦੀ ਹੈ ਜਦੋਂ ਮਨੁੱਖ ਦੀ ਨਫ਼ਰਤ ਦਾ ਸ਼ਿਕਾਰ ਹੁੰਦਾ ਹੈ ਤੇ ਸਵਰਗ ਉਦੋਂ ਹੁੰਦੀ ਹੈ ਜਦੋਂ ਮਨੁੱਖ ਦੀ ਮੁਹੱਬਤ ਵਿੱਚ ਜਿਉਂਦਾ ਹੈ। ਪਰ ਬਹੁਤੇ ਵਾਰ
ਤੁਹਾਡੇ ਹਿੱਸੇ ਆਉਣ ਵਾਲਾ ਸਾਰਾ ਦੁੱਖ ਲੋਕਾਂ ਲਈ, ਸਰਕਾਰਾਂ ਲਈ, ਸਿਆਸਤ ਲਈ ਸਿਰਫ ਨਾਟਕ ਹੁੰਦਾ ਹੈ। ਤੇ ਇਹ ਸ਼ਬਦ ਉਹਨਾਂ ਅਣਮਨੁੱਖੀ ਲੋਕਾਂ ਦੇ ਨਾਮ ਜਿਨ੍ਹਾਂ ਲਈ ਕਿਸੇ ਦਾ ਮਰਨਾ ਸਿਰਫ ਨਾਟਕ ਹੁੰਦਾ ਹੈ, ਜਿਨ੍ਹਾਂ ਲਈ ਖੂਨ ਵਗਣਾ ਸਿਰਫ ਸੁਗਲ ਹੁੰਦਾ ਹੈ, ਜਿਨ੍ਹਾਂ ਲਈ ਬੱਚਿਆਂ ਦਾ ਵਿਲਕਣਾ ਸਿਰਫ ਕੁਝ ਪਲ ਦੀ ਡਿਸਟਰਬੈਂਸ ਹੁੰਦੀ ਹੈ। ਬਸ ਤੁਸੀਂ ਤਿਆਰ ਹੋ ਜਾਵੋ ਨਾਟਕ ਵੇਖਣ ਲਈ। ਮੌਤ ਦਾ ਨੰਗਾ ਨਾਚ ਸਟੇਜ 'ਤੇ ਤਿਆਰ ਹੋ ਚੁੱਕਾ ਹੈ। ਇੱਥੇ ਇੱਕ ਨਾਟਕ ਖੇਡਿਆ ਜਾਣਾ ਹੈ ਲਾਈਵ। ਲਾਈਟਸ ਦੀ ਜ਼ਰੂਰਤ ਨਹੀਂ ਹੈ। ਇਹ ਸਭ ਦਿਨ ਦੇ ਚਾਨਣ ਵਿੱਚ ਹੋਣ ਵਾਲਾ ਹੈ। ਅਜਿਹੇ ਨਾਟਕਾਂ ਲਈ ਸਟੇਜ ਛੋਟੇ ਪੈ ਜਾਂਦੇ ਨੇ, ਇਸੇ ਲਈ ਜ਼ਮੀਨ ਦੇ ਇੱਕ ਟੁਕੜੇ ਨੂੰ ਹੀ ਸਟੇਜ ਬਣਾ ਲਿਆ ਗਿਆ ਹੈ। ਸਾਊਂਡ ਦੀ ਜ਼ਰੂਰਤ ਨਹੀਂ ਪਵੇਗੀ। ਬੱਚਿਆਂ ਅਤੇ ਔਰਤਾਂ ਦੀਆਂ ਚੀਕਾਂ ਕੁਦਰਤੀ ਸਾਊਂਡ ਦਾ ਕੰਮ ਕਰਨਗੀਆਂ। ਉਹ ਪਾਤਰ ਚੁਣ ਲਏ ਗਏ ਹਨ ਜਿਨ੍ਹਾਂ ਦੇ ਹੱਥ ਤਲਵਾਰਾਂ ਹੋਣਗੀਆਂ, ਅੱਗ ਹੋਵੇਗੀ, ਲੋਹੇ ਦੀਆਂ ਰਾਡਾਂ ਹੋਣਗੀਆਂ। ਜਿਨ੍ਹਾਂ ਦੇ ਕਤਲ ਹੋਣਾ ਹੈ ਉਹ ਵੀ ਚੁਣ ਲਏ ਗਏ ਹਨ। ਨਾਟਕ ਦਾ ਸਮਾਂ ਮਿਥਿਆ ਗਿਆ ਹੈ 72 ਘੰਟੇ। ਇਸ ਨਾਟਕ ਵਿੱਚ ਪਰਦਾ ਨਹੀਂ ਡਿੱਗੇਗਾ ਕਿਉਂਕਿ ਪਹਿਲਾਂ ਹੀ ਲੋਕਾਂ ਦੀ ਅਕਲ 'ਤੇ ਪਰਦਾ ਪੈ ਚੁੱਕਾ ਹੈ। ਬਸ ਪਰਦਾ ਚੁੱਕਿਆ ਜਾਵੇਗਾ ਤੇ ਇਨਸਾਨੀਅਤ ਇੱਕ ਵਾਰ ਫੇਰ ਨੰਗੀ ਹੋ ਜਾਵੇਗੀ। ਮੌਤ ਨੰਗੀ ਹੋ ਨੱਚੇਗੀ। ਐਵਰੀਥਿੰਗ ਇਜ਼ ਨੇਕਡ। ਰਿਸ਼ਤੇ ਆਪਣੇ ਹਿੱਸੇ ਦੇ ਦਰਦ ਭੋਗਣਗੇ। ਲਹੂ ਆਪਣਾ ਕੰਮ ਕਰੇਗਾ ਪਰ ਤੁਸੀਂ ਕੁਝ ਨਾ ਕਰਨਾ ਕਿਉਂਕਿ ਕਾਨੂੰਨ ਆਪਣਾ ਕੰਮ ਜਾਣਦਾ ਹੈ। ਅਦਾਲਤਾਂ ਆਪਣਾ ਕੰਮ ਜਾਣਦੀਆਂ ਹਨ। ਪ੍ਰਸ਼ਾਸਨ ਆਪਣੇ ਆਪ ਦਬਾ ਲਵੇਗਾ ਲੋਕਾਂ ਦੀ ਆਵਾਜ਼। ਸੰਵਿਧਾਨ ਸਿਰਫ ਬੱਚਿਆਂ ਦੀ ਨਾਲਿਸ਼ ਲਈ ਤਾਂ ਕਿ ਉਹ ਇਸ ਦੀ ਜਾਣਕਾਰੀ ਪ੍ਰਾਪਤ ਕਰਨ ਤੇ ਇਮਤਿਹਾਨ ਵਿੱਚ ਨੰਬਰ ਲੈ ਕੇ ਪਾਸ ਹੋਣ। ਕਾਨੂੰਨ ਸਿਰਫ ਉਹ ਮਰਜ਼ੀ ਹੁੰਦਾ ਹੈ ਜੋ ਸਰਕਾਰਾਂ ਚਾਹੁੰਦੀਆਂ ਹਨ। ਤੁਹਾਡੇ ਲਈ ਕੁਰਸੀਆਂ ਦਾ ਕੋਈ ਪ੍ਰਬੰਧ ਨਹੀਂ ਹੈ। ਇਹ ਨਾਟਕ ਜ਼ਮੀਨ 'ਤੇ ਖੇਡਿਆ ਜਾਣਾ ਹੈ। ਤੁਸੀਂ ਜ਼ਮੀਨ 'ਤੇ ਹੀ ਬਹਿ ਕੇ ਵੇਖਣਾ ਹੈ। ਕੁਰਸੀਆਂ ਹੁਕਮਰਾਨ ਲੈ ਗਏ ਹਨ ਕਿਉਂਕਿ ਉਹਨਾਂ ਲਈ ਇਹ ਸਿਰਫ ਨਾਟਕ ਹੈ। ਜੋ ਤੁਹਾਡੇ ਲਈ ਜ਼ਿੰਦਗੀ ਹੈ ਨਾਟਕ ਨਹੀਂ। ਬਸ ਸਭ ਕੁਝ ਵੇਖਣ ਬਾਅਦ ਤੁਸੀਂ ਉੱਠ ਖੜੇ ਹੋਣਾ। ਡਸਟ ਯੂਅਰ ਬੋਟਕਸ। ਆਪਣਾ ਪਿੱਛਾ ਝਾੜ ਲੈਣਾ ਤੇ ਬਸ ਘਰਾਂ ਨੂੰ ਚਲੇ ਜਾਣਾ। ਫਿਰ ਸਭ ਭੁੱਲ ਜਾਣਾ ਕਿਉਂਕਿ ਤੁਹਾਡੇ ਲਈ ਇਹ ਸਿਰਫ ਇਸੇ ਤਰ੍ਹਾਂ ਹੈ ਜਿਵੇਂ ਨਾਟਕ ਹੋਵੇ। ਅਨਾਥ ਵਿਲਕਦੇ ਬੱਚੇ, ਬੇਸਹਾਰਾ ਰੋਂਦੀਆਂ ਵਿਧਵਾਵਾਂ, ਅਖਬਾਰਾਂ ਪੜ੍ਹਨਾ, ਟੀਵੀ ਵੇਖਣਾ, ਡੁੱਬ ਜਾਣਾ ਘਰਾਂ ਦੀਆਂ ਜ਼ਿੰਮੇਵਾਰੀਆਂ ਅੰਦਰ। ਪਰ ਮਾਇਰਾ ਤੁਹਾਨੂੰ ਦੱਸਣਾ ਚਾਹੁੰਦੀ ਹੈ ਇਹ ਜ਼ਿੰਦਗੀ ਹੈ, ਨਾਟਕ ਨਹੀਂ। ਡੋਂਟ ਡਸਟ ਯੂਅਰ ਬੋਟਕਸ। ਆਪਣਾ ਪਿੱਛਾ ਹੀ ਨਾ ਝਾੜੋ। ਡਸਟ ਯੂਅਰ ਸੋਲ। ਆਪਣੀ ਆਤਮਾ ਝਾੜੋ। ਡਸਟ ਯੂਅਰ ਮਾਈਂਡ। ਡਸਟ ਯੂਅਰ ਕੈਰੈਕਟਰ। ਤੁਸੀਂ ਤਾਂ ਐਵੇਂ ਖੁਸ਼ ਹੁੰਦੇ ਹੋ ਇਹ ਗੱਲਾਂ ਬਾਤਾਂ ਕਰਦੇ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ, ਪਰ ਉਹ ਸੱਚ ਕਿੱਡਾ ਵੱਡਾ ਝੂਠ ਸੀ ਜੋ ਸਕੂਲ ਦੀਆਂ ਕੰਧਾਂ 'ਤੇ ਲਿਖਿਆ ਪੜ੍ਹਿਆ ਸੀ ਕਿ ਸਦਾ ਸੱਚ ਬੋਲੋ। ਸੱਚ ਕੁਝ ਨਹੀਂ ਹੁੰਦਾ। ਸੱਚ ਵਗਦਾ ਲਹੂ ਹੁੰਦਾ ਹੈ। ਸੱਚ ਸੰਤਾਪ ਭੋਗਦੀਆਂ ਮਨੁੱਖੀ ਨਸਲਾਂ ਹਨ। ਸੱਚ ਇਹ ਹੈ ਕਿ ਮਨੁੱਖ ਦਾ ਵੈਰੀ ਹੈ। ਸੱਚ ਇਹ ਹੈ ਕਿ ਸੱਚ ਬਾਰੇ ਜੋ ਕਿਹਾ ਜਾਂਦਾ ਹੈ ਉਹ ਸਭ ਤੋਂ ਵੱਡਾ ਝੂਠ ਹੈ। ਸੱਚ ਚੁਰਾਹੇ 'ਤੇ ਕੱਟ ਦਿੱਤਾ ਜਾਂਦਾ ਹੈ। ਸੱਚ ਦੇ ਗਲੇ ਵਿੱਚ ਜ਼ਹਿਰ ਉਤਾਰਿਆ ਜਾਂਦਾ ਹੈ। ਸੱਚ ਉਹ ਨਹੀਂ ਹੁੰਦਾ ਜੋ ਸਾਡੇ ਸਾਹਮਣੇ ਵਾਪਰਦਾ ਹੈ। ਸੱਚ ਉਹ ਵੀ ਹੁੰਦਾ ਹੈ ਜੋ ਸਾਡੇ ਜ਼ਿਹਨ ਵਿੱਚ ਤੜਫਦਾ ਹੈ, ਦਿਲ ਦੇ ਧਰਾਤਲ 'ਤੇ ਉਗਾਉਂਦਾ ਹੈ, ਸਾਡੀਆਂ ਆਂਦਰਾਂ 'ਚ ਖੁੱਭ ਜਾਂਦਾ ਹੈ, ਜੋ ਸੀਤ ਬਣ ਕੇ ਪਿੰਡੀ ਦੇ ਲੂੰ ਵਿੱਚ ਫਿਰ ਜਾਂਦਾ ਹੈ, ਜੋ ਸਿਰਫ ਤੇ ਸਿਰਫ ਸਾਡੇ ਹੀ ਅੰਦਰ ਮਰ ਜਾਂਦਾ ਹੈ। ਸੱਚ ਉਹ ਵੀ ਹੁੰਦਾ ਹੈ ਜਿਸ ਨੂੰ ਸੱਚ ਹੁੰਦੇ ਵੀ ਅਸੀਂ ਬੋਲ ਨਹੀਂ ਸਕਦੇ, ਜਿਸ ਨੂੰ ਲੋਕ ਕਬੂਲ ਨਹੀਂ ਸਕਦੇ, ਜੋ ਅਸੀਂ ਪੜ੍ਹ ਨਹੀਂ ਸਕਦੇ ਹਰ ਕਿਸੇ ਦੇ ਚਿਹਰੇ ਤੋਂ, ਤੇ ਜੋ ਬਸ ਸਿਰਫ ਹੰਝੂ ਬਣ ਕੇ ਅੱਖਾਂ ਦੇ ਕੋਇਆਂ 'ਚੋਂ ਸਿਮ ਜਾਂਦਾ ਹੈ। ਹੰਝੂ ਬਣ ਕੇ ਅੱਖਾਂ ਦੇ ਕੋਇਆਂ 'ਚੋਂ ਸਿਮ ਜਾਂਦਾ ਹੈ ਮਾਇਰਾ। ਬਾਕੀ ਅਗਲੇ ਭਾਗ ਵਿੱਚ।